ਚਾਣਕਿਆ ਐਜੂਕੇਸ਼ਨ ਅਕੈਡਮੀ ਬਰਨਾਲਾ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦੀ ਕਲਾਸ ਦੇ ਵਿੱਚ ਅਸੀਂ ਪੋਲੀਟੀਕਲ ਸਾਇੰਸ ਦਾ ਟੌਪਿਕ ਕਰਨ ਜਾ ਰਹੇ ਹਾਂ ਸ਼ੁਰੂ ਤੋਂ, ਕਿਉਂਕਿ ਕਾफ़ी ज़्यादा ਸਟੂਡੈਂਟਸ ਦੇ ਸਾਨੂੰ ਕਾਲਸ ਆਈਆਂ, ਕਮੈਂਟਸ ਆਏ ਕਿ ਲੈਕਚਰਾਰ ਮਾਸਟਰ ਕੈਡਰ ਤੇ ਪੀਐਸਟੈਟ ਦੀਆਂ ਜਿਹੜੀਆਂ ਕਲਾਸਾਂ ਨੇ ਉਹ ਆਨਲਾਈਨ ਸ਼ੁਰੂ ਕੀਤੀਆਂ ਜਾਣ। ਸੋ ਉਸੇ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਅਸੀਂ ਅੱਜ ਤੋਂ ਇੱਕ ਨਵੇਂ ਸਿਰੇ ਤੋਂ ਕਲਾਸਾਂ ਸਟਾਰਟ ਕਰਨ ਜਾ ਰਹੇ ਹਾਂ। ਕੱਲ੍ਹ ਤੋਂ ਤੁਹਾਨੂੰ ਇਸ ਦੀਆਂ ਜਿਹੜੀਆਂ ਅਪਲੋਡਡ ਕਲਾਸਾਂ ਨੇ ਉਹ ਐਪ ਦੇ ਉੱਤੇ ਮਿਲ ਜਾਣਗੀਆਂ। ਸੋ ਸਾਡੀ ਐਪ ਆ ਜਿਹੜੀ ਤੁਸੀਂ ਇੰਸਟਾਲ ਕਰ ਸਕਦੇ ਹੋ, ਡਿਸਕ੍ਰਿਪਸ਼ਨ ਦੇ ਵਿੱਚ ਅਸੀਂ ਐਪ ਦਾ ਜਿਹੜਾ ਲਿੰਕ ਆ ਉਹ ਦੇ ਦੇਵਾਂਗੇ। ਸੋ 100% ਜਿਹੜਾ ਆਪਣਾ ਪੇਪਰ ਦੇ ਵਿੱਚ ਕੁਐਸਚਨ ਜਿਹੜੇ ਆਉਣ ਦੀ ਉਮੀਦ ਹੁੰਦੀ ਆ, ਪਿਛਲੇ ਪੇਪਰਾਂ ਦੇ ਵਿੱਚ ਆਏ ਹੋਏ ਨੇ ਜਾਂ ਪਹਿਲਾਂ ਵੀ ਆਪਣੇ YouTube ਚੈਨਲ ਦੇ ਉੱਪਰ ਜਿਹੜੇ ਵੀਡੀਓ ਅਪਲੋਡ ਕੀਤੀਆਂ ਹੋਈਆਂ ਨੇ। ਜੇਕਰ ਤੁਹਾਨੂੰ ਸਾਡੀ ਸਟੱਡੀ ਵਧੀਆ ਲੱਗਦੀ ਆ ਤੇ ਤੁਸੀਂ ਸਾਡੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਐਪ ਦੇ ਥਰੂ ਜੁੜ ਸਕਦੇ ਹੋ। ਤੇ ਮਾਸਟਰ ਕੈਡਰ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਇਹ ਅਸੀਂ ਜਿਹੜਾ ਕੋਰਸ ਜਿਹੜਾ ਸਟਾਰਟ ਕਰਨ ਜਾ ਰਹੇ ਹਾਂ, ਇਸ ਦੀਆਂ 2-3 ਡੈਮੋ ਵੀਡੀਓ ਉਹ ਤੁਹਾਨੂੰ YouTube ਚੈਨਲ ਤੇ ਮਿਲਣਗੀਆਂ। ਸੋ ਉਸ ਤੋਂ ਬਾਅਦ ਹਿਸਟਰੀ, ਪੋਲੀਟੀਕਲ ਸਾਇੰਸ, ਇਸ ਦੇ ਜਿਹੜੇ ਆਪਾਂ ਇੱਕ ਬਰੀਫਲੀ ਤਰੀਕੇ ਦੇ ਨਾਲ, ਇੱਕ ਸਟਰੋਂਗਲੀ ਤਰੀਕੇ ਦੇ ਨਾਲ ਇਸ ਨੂੰ ਡੀਪਲੀ ਪੜ੍ਹਨ ਜਾ ਰਹੇ ਹਾਂ। ਸੋ ਇੱਕ ਇਹਦੇ ਵਿੱਚ ਆਪਾਂ ਟ੍ਰਿਕ ਵੇ ਨਾਲ ਜਿਹੜੀ ਸਟੱਡੀ ਕਰਾਂਗੇ, ਪੋਲੀਟੀਕਲ ਸਾਇੰਸ ਦੇ ਜਿਹੜੇ 25 ਪਾਰਟਸ ਨੇ ਉਹਨਾਂ ਨੂੰ ਕਵਰ ਕਰਾਂਗੇ ਟ੍ਰਿਕ ਨਹੀਂ, ਕਿਉਂਕਿ ਜ਼ਿਆਦਾਤਰ ਪ੍ਰੋਬਲਮਸ ਕੀ ਹੁੰਦੀਆਂ ਨੇ ਕਿ ਸਟੂਡੈਂਟ ਪੜ੍ਹਦੇ ਤਾਂ ਬਹੁਤ ਨੇ ਬਟ ਉਹ ਜ਼ਿਆਦਾ ਭੁੱਲ ਜਾਂਦੇ ਨੇ। ਭੁੱਲਣ ਦਾ ਕਾਰਨ ਇਹੀ ਆ ਕਿ ਉਹਨਾਂ ਨੇ ਜਿਹੜਾ ਆਪਣਾ ਕਿਤਾਬਾਂ ਤੋਂ ਉੱਪਰ ਪੜ੍ਹਿਆ ਹੋਇਆ ਉਹ ਰੱਟਾਫਿਕੇਸ਼ਨ ਦੇ ਆਧਾਰ 'ਤੇ ਪੜ੍ਹਿਆ ਹੁੰਦਾ ਥੋੜ੍ਹਾ ਬਹੁਤ, ਜਿਸ ਕਰਕੇ ਜਾਂ ਅਸੀਂ ਜਦੋਂ ਆਪਸ਼ਨਾਂ ਹੁੰਦੀਆਂ ਨੇ ਤਾਂ ਕਨਫਿਊਜ਼ ਹੋ ਜਾਂਦੇ ਹਾਂ। ਇਸੇ ਕਰਕੇ ਆਪਾਂ ਜਿਹੜੀ ਜਿੰਨੇ ਵੀ ਸੰਵਿਧਾਨ ਦੇ ਆਰਟੀਕਲ ਨੇ, ਦੇਖੋ ਸੰਵਿਧਾਨ ਦੇ ਵਿੱਚ ਤੁਹਾਨੂੰ ਪਤਾ ਕਿ ਜਿਹੜੀ ਨੂਮੈਰੀਕਲ ਗਿਣਤੀ ਆਰਟੀਕਲਾਂ ਦੀ ਆ ਉਹ 395 ਆ। ਇਹਦੇ ਵਿੱਚੋਂ ਆਪਾਂ 180 ਆਰਟੀਕਲ ਆ ਜਿਹੜੇ ਉਹ ਐਕਸਪਲੇਨ ਕਰਾਂਗੇ ਵਧੀਆ ਤਰੀਕੇ ਦੇ ਨਾਲ। 180 ਆਰਟੀਕਲ ਤੋਂ ਬਾਹਰ ਜਿਹੜਾ ਐਗਜ਼ਾਮ ਦੇ ਵਿੱਚ ਕੁਐਸਚਨ ਨਹੀਂ ਪੁੱਟ ਕੀਤਾ ਜਾ ਸਕਦਾ, ਕਿਉਂਕਿ ਇਹ ਮੇਰਾ ਖੁਦ ਦਾ ਐਕਸਪੀਰੀਅੰਸ ਆ। ਪਿਛਲੇ 5-4 ਸਾਲ ਤੋਂ ਜਿਹੜੇ ਅਸੀਂ ਪੇਪਰ ਦੇਖ ਰਹੇ ਹਾਂ। ਸੋ ਇਸੇ ਨੂੰ ਧਿਆਨ ਲੈ ਕੇ ਆਪਾਂ 180 ਤੋਂ ਜਿਹੜੇ 90 ਦੇ ਵਿੱਚ ਜਾਂ 70 ਆਰਟੀਕਲ ਕਰਾਂਗੇ ਜਿਹੜੇ ਕਿ ਤੁਹਾਡੇ ਟਿਪਸ ਤੇ ਹੋਣਗੇ। ਉਸ ਤੋਂ ਇਲਾਵਾ ਸੰਵਿਧਾਨ ਦੇ ਵਿੱਚ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ 2022 ਤੱਕ ਜਿਹੜੀਆਂ 105 ਸੋਧਾਂ ਹੋ ਚੁੱਕੀਆਂ ਨੇ, ਇਹਨਾਂ ਦੇ ਵਿੱਚੋਂ ਅਸੀਂ 25 ਤੋਂ ਲੈ ਕੇ 30 ਜਿਹੜੀਆਂ ਸੋਧਾਂ ਨੇ ਉਹ ਐਕਸਪਲੇਨ ਕਰਾਂਗੇ, ਜਿਨ੍ਹਾਂ ਬਾਰੇ ਕੁਐਸਚਨ ਪੇਪਰਾਂ ਵਿੱਚ ਪੁੱਟ ਕੀਤੇ ਜਾਂਦੇ ਆ। ਉਸ ਤੋਂ ਇਲਾਵਾ ਸ਼ਡਿਊਲ ਦੇ ਵਿੱਚੋਂ ਕੁਐਸਚਨ ਪੁੱਟ ਕੀਤੇ ਜਾਂਦੇ ਨੇ। ਸੋ ਇੱਕ ਆਪਾਂ ਸਿਸਟੇਮੈਟਿਕ ਤਰੀਕੇ ਦੇ ਨਾਲ ਇੱਕ ਕੰਟੀਨਿਊ ਸਟੱਡੀ ਨੂੰ ਲੈ ਕੇ ਚੱਲਾਂਗੇ, ਕਿਉਂਕਿ ਕਈ ਵਾਰੀ ਇਹ ਵੀ ਪ੍ਰੋਬਲਮ ਆਉਂਦੀ ਹੈ ਕਿ ਸਟੂਡੈਂਟਸ ਜਿਹੜੇ ਨੇ ਆਪਸ਼ਨ ਟਾਈਪ ਕਿਤਾਬਾਂ ਨੂੰ ਜ਼ਿਆਦਾ ਪੜ੍ਹਨ ਦੇ ਵਿੱਚ ਇੰਟਰਸਟ ਰੱਖਦੇ ਨੇ। ਸੋ ਉਹਨਾਂ ਨੇ ਇੱਕ ਪੁਆਇੰਟ ਕਿਤੋਂ ਪੜ੍ਹਿਆ ਹੁੰਦਾ, ਇੱਕ ਕਿਤੋਂ ਪੜ੍ਹਿਆ ਹੁੰਦਾ, ਜਿਸ ਕਰਕੇ ਸਾਡੀ ਜਿਹੜੀ ਸਟੱਡੀ ਆ ਉਹ ਇਫੈਕਟਿਵ ਨਹੀਂ ਬਣਦੀ। ਸੋ ਇਸ ਨੂੰ ਬਣਾਉਣ ਲਈ ਅਸੀਂ ਇੱਕ ਤਾਂ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਸਬਜੈਕਟ ਨੂੰ ਕ੍ਰਮਵਾਰ ਪੜ੍ਹਨਾ। ਸੋ ਇਸ ਨੂੰ ਅਸੀਂ ਕ੍ਰਮਵਾਰ ਪੜ੍ਹਾਂਗੇ। ਸੋ ਅੱਜ ਉਸੇ ਨੂੰ ਲੈ ਕੇ ਆਪਣਾ ਜਿਹੜਾ ਪਹਿਲਾ ਪਾਰਟਸ ਆਗਾ ਆਪਣਾ ਵੀਡੀਓ ਦਾ, ਉਹਦੇ ਵਿੱਚ ਆਪਾਂ ਸੰਵਿਧਾਨ ਦਾ ਸਿਰਫ ਡਿਟੇਲ ਕਰਾਂਗੇ। ਇਹਦੇ ਵਿੱਚ ਵੀ ਸੰਵਿਧਾਨ ਦੇ ਵਿੱਚ ਪ੍ਰੈਜੈਂਟਲੀ ਸਮੇਂ ਦੇ ਵਿੱਚ ਕਿੰਨੇ ਪਾਰਟਸ ਨੇ ਜਾਂ ਫਿਰ ਓਰੀਜਨਲੀ ਇਹਦੇ ਵਿੱਚ ਕਿੰਨੇ ਪਾਰਟਸ ਸੀ, ਉਸ ਨੂੰ ਲੈ ਕੇ ਚੱਲਾਂਗੇ ਆਪਾਂ, ਜਾਂ ਕਿਹੜੇ ਪਾਰਟ ਦੇ ਵਿੱਚ ਕਿੰਨੇ ਆਰਟੀਕਲ ਆਉਂਦੇ ਆ। ਸੋ ਕਿਸੇ ਤਰੀਕੇ ਨਾਲ ਇਹਨਾਂ ਨੂੰ ਆਪਾਂ ਯਾਦ ਰੱਖਾਂਗੇ ਜਾਂ ਇਹਨਾਂ ਦੇ ਵਿੱਚ ਕਿਹੜੇ ਕਿਹੜੇ ਸਾਡੇ ਟੌਪਿਕ ਪੜ੍ਹਨ ਵਾਲੇ ਨੇ। ਜੇਕਰ ਦੇਖਿਆ ਜਾਵੇ ਤਾਂ ਮਾਸਟਰ ਕੈਡਰ ਦਾ ਜਿਹੜਾ ਪੇਪਰ ਹੋਇਆ ਸੀ, ਜ਼ਿਆਦਾਤਰ ਸਟੂਡੈਂਟਾਂ ਦੀ ਇਹ ਥਿੰਕਿੰਗ ਹੁੰਦੀ ਆ ਕਿ ਅਸੀਂ ਸਿਰਫ ਓਨਲੀ ਸਿਲੇਬਸ ਪੜ੍ਹਨਾ ਗਾ। ਬਟ ਦੇਖੋ ਇਹਦੇ ਵਿੱਚ ਕੀ ਹੁੰਦਾ, ਕਈ ਵਾਰੀ ਆਊਟ ਆਫ ਸਿਲੇਬਸ ਵੀ ਕੁਐਸਚਨ ਜਿਹੜੇ ਪੁੱਟ ਕੀਤੇ ਜਾਂਦੇ ਨੇ। ਜਿਸ ਤਰ੍ਹਾਂ ਕਿ DPSP ਆ ਜਿਹੜਾ ਉਹ ਸਿਲੇਬਸ ਦੇ ਵਿੱਚ ਮੈਂਸ਼ਨ ਨਹੀਂ ਕੀਤਾ ਹੋਇਆ ਸੀਗਾ, ਬਟ ਫਿਰ ਵੀ ਉੱਥੋਂ ਕੁਐਸਚਨ ਆ ਜਿਹੜਾ ਪੁੱਟ ਕੀਤਾ ਗਿਆ ਸੀਗਾ। ਸੋ ਇਸੇ ਕਰਕੇ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹਣਾ ਕਿ ਜਿਹੜੇ ਸੰਵਿਧਾਨ ਦੇ ਆਪਣੇ 25 ਪਾਰਟਸ ਨੇ, ਹੁਣ ਤੱਕ ਜਿਹੜੇ ਆਪਣੇ 25 ਪਾਰਟਸ ਨੇ, ਇਹਨਾਂ ਨੂੰ ਆਪਾਂ ਇੱਕ ਚੰਗੇ ਤਰੀਕੇ ਨਾਲ ਪੜ੍ਹਨਾ ਗਾ। ਸੋ ਇਹਦੇ ਵਿੱਚ ਸਾਰੀ ਤੁਹਾਡੀ ਜਿਹੜੀ ਆਲ ਇੰਡੀਅਨ ਪੋਲੀਟੀਕਲ ਆ ਉਹ ਕੰਪਲੀਟ ਹੋ ਜਾਂਦੀ ਆ। ਸੋ ਇਸੇ ਨੂੰ ਲੈ ਕੇ ਅੱਜ ਦੀ ਆਪਣਾ ਜਿਹੜੀ ਇਹ ਵੀਡੀਓ ਸਟਾਰਟ ਕਰਨ ਜਾ ਰਹੇ ਹਾਂ। ਸੋ ਜੇਕਰ ਤੁਸੀਂ ਸਾਡੇ ਨਾਲ ਕਿਸੇ ਵੀ ਮਾਧਿਅਮ ਰਾਹੀਂ ਨਹੀਂ ਜੁੜੇ ਤਾਂ ਸਭ ਤੋਂ ਪਹਿਲਾਂ ਆਪਣਾ ਚੈਨਲ ਆ ਜਿਹੜਾ ਸਬਸਕ੍ਰਾਈਬ ਕਰ ਸਕਦੇ ਹੋ YouTube ਚੈਨਲ ਤੋਂ। ਆਪਣੀ ਐਪ ਆ ਜਿਹੜੀ ਉਹ ਪਲੇ ਸਟੋਰ ਦੇ ਵਿੱਚ ਡਾਊਨਲੋਡ ਕਰ ਸਕਦੇ ਹੋ। ਇਸ ਤੋਂ ਇਲਾਵਾ ਟੈਲੀਗ੍ਰਾਮ, ਇੰਸਟਾਗ੍ਰਾਮ ਤੇ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਤੇ ਦੇਖਦੇ ਹਾਂ ਸਭ ਤੋਂ ਪਹਿਲਾਂ ਅੱਜ ਦਾ ਆਪਣਾ ਥਾਟ। ਅੱਜ ਦਾ ਆਪਣਾ ਥਾਟ ਕੀ ਹੈ ਜੀ? ਕਹਿੰਦੇ ਵੀ ਏ ਗੁੱਡ ਪਰਸਨ, ਬਟ ਡੋਂਟ ਵੇਸਟ ਟਾਈਮ, ਪ੍ਰੂਵ ਇਟ। ਸੋ ਕਹਿਣ ਦਾ ਭਾਵ ਕੀ ਆ, ਜੇਕਰ ਤੁਸੀਂ ਕਹਿੰਦੇ ਚੰਗੇ ਇਨਸਾਨ ਹੋ ਤਾਂ ਚੰਗੇ ਇਨਸਾਨ ਬਣੇ ਰਹੋ, ਠੀਕ ਹੈ, ਤੇ ਉਸ ਨੂੰ ਜਿਹੜਾ ਆਪਣਾ ਸਾਬਤ ਕਰਨ ਦੀ ਕੋਸ਼ਿਸ਼ ਨਾ ਕਰੋ, ਇਹਦੇ ਵਿੱਚ ਆਪਣਾ ਸਮਾਂ ਬਰਬਾਦ ਨਾ ਕਰੋ, ਠੀਕ ਹੈ। ਸੋ ਆਪਣਾ ਜਿਹੜਾ ਚੰਗੇ ਕੰਮ,
ਚੰਗੇ ਜਿਹੜੇ ਤੁਹਾਡੀ ਬੋਲਬਾਣੀ, ਚੰਗਾ ਲੋਕਾਂ ਨਾਲ ਬਿਹੇਵੀਅਰ ਉਸ ਨੂੰ ਬਣਾਈ ਰੱਖੋ, ਪਰ ਲੋਕਾਂ ਸਾਹਮਣੇ ਉਸ ਨੂੰ ਪ੍ਰੂਵ ਕਰਨ ਦੀ ਜਿਹੜਾ ਉਹਦੇ ਵਿੱਚ ਆਪਣਾ ਸਮਾਂ ਵੇਸਟ ਨਾ ਕਰੋ, ਕਿਉਂਕਿ ਜਿਹੜਾ ਸਮਾਂ ਬਰਬਾਦ ਕਰਨਾ ਉਹ ਸਾਡੇ ਲਈ ਇੱਕ ਬੜਾ ਚਿੰਤਾ ਦਾ ਵਿਸ਼ਾ ਹੁੰਦਾ ਗਾ। ਜਿਹੜਾ ਸਮਾਂ ਤੁਹਾਡੇ ਕੋਲੇ ਆ ਉਸ ਨੂੰ ਆਪਣਾ ਲਗਨ ਦੇ ਨਾਲ, ਮਿਹਨਤ ਦੇ ਨਾਲ ਤੇ ਆਪਣੀ ਸਫਲਤਾ ਵੱਲ ਹੀ ਧਿਆਨ ਦਿਓ। ਸੋ ਇਸੇ ਕਰਕੇ ਜਿਹੜਾ ਅੱਜ ਆਪਣਾ ਥਾਟ ਸੀਗਾ ਇਹ ਵਾਲਾ। ਦੇਖੋ ਜੀ, ਅੱਜ ਦਾ ਜਿਹੜਾ ਆਪਣਾ ਵੀਡੀਓ ਸਟਾਰਟ ਕਰਨ ਜਾ ਰਹੇ ਹਾਂ ਤਾਂ ਸਭ ਤੋਂ ਪਹਿਲਾਂ ਸਟੂਡੈਂਟਸ ਨੂੰ ਇਹ ਕਲੀਅਰ ਹੋਣਾ ਚਾਹੀਦਾ ਕਿ ਸਾਡਾ ਜਿਹੜਾ ਸੰਵਿਧਾਨ ਹੈਗਾ ਇਹਦੇ ਵਿੱਚ ਪ੍ਰੈਜੈਂਟ ਕਿੰਨੇ ਭਾਗ ਨੇ। ਦੇਖੋ ਇੱਥੇ ਦੋ ਤਰੀਕੇ ਨਾਲ ਕੁਐਸਚਨ ਪੁੱਟ ਕੀਤੇ ਜਾਂਦੇ ਆ। ਸਭ ਤੋਂ ਪਹਿਲਾਂ ਪੁੱਟ ਕੀਤਾ ਜਾਂਦਾ, ਜੇਕਰ ਤੁਹਾਨੂੰ ਪੁੱਟ ਕੀਤਾ ਗਿਆ ਕੁਐਸਚਨ ਕਿ ਸਾਡੇ ਸੰਵਿਧਾਨ ਦੇ ਵਿੱਚ ਕਿੰਨੇ ਭਾਗ ਹਨ ਜਾਂ ਕਿੰਨੇ ਪਾਰਟ ਹਨ, ਤਾਂ ਤੁਸੀਂ ਇੱਥੇ ਆਨਸਰ ਉਹਦਾ 25 ਲਾਓਗੇ, 25। ਬਟ ਕਈ ਵਾਰੀ ਕੀ ਹੁੰਦਾ, ਐਗਜ਼ਾਮੀਨਰ ਦੁਆਰਾ ਪੁੱਟ ਕੀਤਾ ਜਾਂਦਾ ਕਿ ਵਰਤਮਾਨ ਸਮੇਂ ਦੇ ਵਿੱਚ ਜਿਹੜੇ ਸੰਵਿਧਾਨ ਦੇ ਭਾਗਾਂ ਦੀ ਗਿਣਤੀ ਆ, ਜਿਹੜੀ ਉਹ ਗਿਣਤੀ ਪੱਖੋਂ, ਨੂਮੈਰਿਕ ਗਿਣਤੀ ਪੱਖੋਂ ਕਿੰਨੇ ਨੇ, ਤਾਂ ਤੁਸੀਂ ਇਹਦਾ ਆਨਸਰ ਕੀ ਲਾਓਗੇ 22, ਕਿਉਂਕਿ ਨੂਮੈਰਿਕ ਜਿਹੜੀ ਗਿਣਤੀ ਆ ਉਹ 22 ਆ ਜੀ। ਠੀਕ ਹੈ, ਕਿਉਂਕਿ ਸੰਵਿਧਾਨ ਦੇ ਵਿੱਚ ਕਦੇ ਵੀ ਆਪਾਂ 23 ਨੰਬਰ ਜਿਹੜਾ ਪਾਰਟ ਨਹੀਂ ਪੜ੍ਹਦੇ, 24, 25 ਇਸ ਤਰੀਕੇ ਨਾਲ ਨਹੀਂ ਪੜ੍ਹਦੇ। ਆਪਾਂ ਕਿਸ ਤਰ੍ਹਾਂ ਪੜ੍ਹਦੇ ਹਾਂ, ਜਿਵੇਂ ਸੰਵਿਧਾਨ ਦੇ ਵਿੱਚ ਇੱਕ ਆਪਾਂ ਪੜ੍ਹਾਂਗੇ ਨਵੇਂ ਐਡ ਹੋਏ ਕਿਹੜੇ ਭਾਗ ਨੇ, ਜਿਸ ਤਰ੍ਹਾਂ 4A ਹੋ ਗਿਆ ਮੌਲਿਕ ਕਰਤੱਵ ਸਾਡੇ, ਉਹ ਜਿਹੜਾ ਬਾਅਦ ਦੇ ਵਿੱਚ ਐਡ ਕੀਤਾ ਗਿਆ। ਉਸ ਤੋਂ ਬਾਅਦ 9A ਜਿਹੜਾ ਸਾਡਾ ਮਿਊਨਿਸਪੈਲਿਟੀ, ਜਿਹੜਾ ਸ਼ਹਿਰੀ ਪੰਚਾਇਤ ਆ, ਉਹ ਬਾਅਦ ਦੇ ਵਿੱਚ ਐਡ ਹੋਇਆ। 9B ਬਾਅਦ ਦੇ ਵਿੱਚ ਐਡ ਹੋਇਆ ਤੇ 14A ਬਾਅਦ ਦੇ ਵਿੱਚ ਐਡ ਹੋਇਆ। ਸੋ ਇਹ ਜਿਹੜੇ 4 ਪਾਰਟਸ ਨੇ ਇਹ ਬਾਅਦ ਦੇ ਵਿੱਚ ਐਡ ਕੀਤੇ ਨੇ। ਸੋ ਹੁਣ ਤੁਹਾਡੇ ਮਨ ਦੇ ਵਿੱਚ ਇੱਕ ਕੁਐਸਚਨ ਆਉਂਦਾ ਹੋਊਗਾ ਵੀ ਜੇਕਰ ਨੂਮੈਰੀਕਲ ਗਿਣਤੀ ਜਿਹੜੀ ਸਾਡੇ ਭਾਗਾਂ ਦੀ ਸੀ 22 ਸੀ, ਤਾਂ ਫਿਰ 4 ਐਡ ਹੋਣ ਤੋਂ ਬਾਅਦ ਇਹ 26 ਕਿਉਂ ਬਣ ਗਈ। ਸੋ ਇੱਥੇ ਇੱਕ ਜਿਹੜਾ ਆਪਣਾ ਪਾਰਟ ਆ ਸੰਵਿਧਾਨ ਦਾ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਜਿਹੜਾ 7ਵਾਂ ਭਾਗ ਆ ਸੰਵਿਧਾਨ ਦਾ ਉਹ ਡਿਲੀਟ ਹੋ ਚੁੱਕਿਆ 7th ਅਮੈਂਡਮੈਂਟ 1956 ਦੇ ਰਾਹੀਂ। ਸੋ ਇਸੇ ਕਰਕੇ ਉਹ ਘਟ ਗਿਆ, ਤਾਂ ਇਸ ਕਰਕੇ ਜਿਹੜੀ ਨੂਮੈਰਿਕ ਗਿਣਤੀ 22 ਆਏਗੀ ਤੇ ਵੈਸੇ ਜਿਹੜੇ ਇਸ ਭਾਗ ਆਣਗੇ 25 ਆਉਣਗੇ। ਤਾਂ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਤੁਸੀਂ ਗਲਤੀਆਂ ਕਿੱਥੇ ਕਰਦੇ ਹੋ। ਅਸਲ ਦੇ ਵਿੱਚ ਕੀ ਹੁੰਦਾ ਗਿਆ ਕਿ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਸੰਵਿਧਾਨ ਦੇ ਕਿਹੜੇ ਭਾਗ ਦੇ ਵਿੱਚ ਕਿੰਨੇ ਆਰਟੀਕਲ ਆਉਂਦੇ ਨੇ। ਸੋ ਇਸੇ ਨੂੰ ਧਿਆਨ ਦੇ ਵਿੱਚ ਰੱਖ ਕੇ ਤੁਸੀਂ ਜਿਹੜਾ ਕੁਐਸਚਨ ਤੱਕ ਪਹੁੰਚ ਸਕਦੇ ਹੋ ਬੜੇ ਸੌਖੇ ਤਰੀਕੇ ਨਾਲ। ਆਪਾਂ ਗੱਲ ਕਰਾਂਗੇ ਨਾਲ ਨਾਲ। ਤਾਂ ਸਭ ਤੋਂ ਪਹਿਲਾਂ ਆਪਾਂ ਦੇਖਿਆ ਜਾਵੇ ਕਿ ਸਾਡੇ ਸੰਵਿਧਾਨ ਦਾ ਜਿਹੜਾ ਪਹਿਲਾ ਭਾਗ ਕਿਹੜਾ ਗਾ। ਠੀਕ ਹੈ, ਯੂਨੀਅਨ ਐਂਡ ਇਟਸ ਟੈਰੀਟਰੀਜ਼, ਕਹਿਣ ਦਾ ਭਾਵ ਕਿ ਜਿਹੜੇ ਸਾਡੇ ਆ ਕੇਂਦਰ ਸ਼ਾਸਤ ਪ੍ਰਦੇਸ਼ ਤੇ ਰਾਜਾਂ ਨਾਲ ਸੰਬੰਧਿਤ ਸੰਘਵਾਰੀ, ਤਾਂ ਇਹਦੇ ਵਿੱਚ ਆਰਟੀਕਲ ਆਉਂਦੇ ਨੇ 1 ਤੋਂ ਲੈ ਕੇ 4 ਤੱਕ। ਇਹਦੇ ਵਿੱਚ ਆਪਾਂ 1 ਤੋਂ ਲੈ ਕੇ 3 ਤੱਕ ਆਰਟੀਕਲ ਐਕਸਪਲੇਨ ਕਰਦੇ ਹੁੰਦੇ ਹਾਂ ਜਦੋਂ ਪੜ੍ਹਦੇ ਹੁੰਦੇ ਹਾਂ। ਮੈਂ ਤੁਹਾਨੂੰ ਪੜ੍ਹਾਏ ਹੋਏ ਨੇ, ਜਿਹੜੀ ਆਪਣੀ ਪਹਿਲਾਂ ਵੀਡੀਓ ਪਾਈ ਹੋਈ ਸੀ ਕਿ ਜਿਸ ਤਰ੍ਹਾਂ ਆਰਟੀਕਲ 1 ਕੀ ਕਹਿੰਦਾ, ਸਾਡਾ ਭਾਰਤ ਰਾਜਾਂ ਦਾ ਇੱਕ ਸੰਘ ਹੈ। ਦੂਜਾ ਆਪਣਾ ਨਿਊ ਸਟੇਟ ਐਸਟੈਬਲਿਸ਼ ਕਰਨ ਬਾਰੇ ਗੱਲ ਕੀਤੀ ਗਈ ਸੀ, ਤੇ ਤੀਸਰੇ ਵਿੱਚ ਉਹਦੀ ਏਰੀਆ ਤੇ ਬਾਉਂਡਰੀ ਤੇ ਜਿਹੜਾ ਨੇਮ ਡਿਸਾਈਡ ਕਰਨ ਦੀ ਗੱਲ ਕੀਤੀ ਗਈ ਸੀ। ਠੀਕ ਹੈ, ਸੋ ਉਸ ਤਰੀਕੇ ਦੇ ਇਹਦੇ ਵਿੱਚ ਆਪਾਂ ਆਰਟੀਕਲ ਐਕਸਪਲੇਨ ਕਰਾਂਗੇ। ਜਾਂ ਫਿਰ ਇਹਦੇ ਵਿੱਚ ਜਿਹੜਾ ਰਾਜਾਂ ਦਾ ਕਨਸੈਪਟ ਆ ਉਹ ਦੋ ਗੱਲਾਂ ਨੂੰ ਲੈ ਕੇ ਬੜਾ ਚਿੰਤਾ ਦਾ ਵਿਸ਼ਾ ਰਿਹਾ ਗਾ। ਤੇ ਕਈ ਜਿਹੜੇ ਕਮਿਸ਼ਨ ਕਹਿ ਰਹੇ ਸੀ ਕਿ ਜਿਹੜੇ ਰਾਜ ਨੇ ਉਹ ਭਾਸ਼ਾ ਦੇ ਆਧਾਰ 'ਤੇ ਹੋਣੇ ਚਾਹੀਦੇ ਆ, ਕਈ ਕਹਿ ਰਹੇ ਸੀ ਕਿ ਜਿਹੜੇ ਰਾਜ ਨੇ ਉਹ ਪ੍ਰਸ਼ਾਸਨ ਦੇ ਆਧਾਰ 'ਤੇ ਹੋਣੇ ਚਾਹੀਦੇ ਨੇ। ਤੇ ਉਹਨਾਂ ਨੇ ਕੀ ਸੁਝਾਅ ਦਿੱਤੇ, ਟਾਈਮ ਟੂ ਟਾਈਮ ਆਪਾਂ ਇਹਦੇ ਵਿੱਚ ਪੜ੍ਹਾਂਗੇ। ਉਸ ਤੋਂ ਅੱਗੇ ਸਾਡੇ ਕੋਲੇ ਸੰਵਿਧਾਨ ਦਾ ਭਾਗ 2 ਆ ਜਾਂਦਾ ਸੀ, ਜਿਹਦੇ ਵਿੱਚ ਅਸੀਂ ਨਾਗਰਿਕਤਾ ਦੀ ਗੱਲ ਕਰਦੇ ਹਾਂ। ਦੇਖੋ, ਕੋਈ ਵੀ ਤੁਸੀਂ ਪੇਪਰ ਦੇਣ ਜਾ ਰਹੇ ਹੋ ਉਹਦੇ ਵਿੱਚ ਨਾਗਰਿਕਤਾ ਦੀ ਗੱਲ ਹਮੇਸ਼ਾ ਕੀਤੀ ਜਾਂਦੀ ਆ, ਸਿਟੀਜ਼ਨਸ਼ਿਪ। ਠੀਕ ਹੈ, ਸੋ 5 ਤੋਂ ਲੈ ਕੇ ਜਿਹੜੇ 11 ਤੱਕ ਇਹਦੇ ਵਿੱਚ ਆਰਟੀਕਲ ਆਉਂਦੇ ਨੇ ਉਹ ਸਾਡੀ ਨਾਗਰਿਕਤਾ ਨਾਲ ਸੰਬੰਧਿਤ ਨੇ, ਸਾਡੀ ਸਿਟੀ ਨਾਲ ਸੰਬੰਧਿਤ ਨੇ, ਸਿਟੀਜ਼ਨਸ਼ਿਪ ਨਾਲ। ਸੋ ਨਾਗਰਿਕਤਾ ਆਪਾਂ ਨੂੰ ਪਤਾ ਕਿ ਅਸੀਂ UK ਤੋਂ ਲਈ ਆ ਗਈ, ਤੇ ਇਹਦਾ ਜਿਹੜਾ ਨਾਗਰਿਕਤਾ ਐਕਟ ਬਣਿਆ ਸੀ ਕਦੋਂ ਬਣਿਆ, 1955 ਦੇ ਵਿੱਚ। ਤੇ 5 ਨਾਲ ਸਾਨੂੰ ਨਾਗਰਿਕਤਾ ਪ੍ਰਾਪਤ ਹੁੰਦੀ ਹੈ ਤੇ 3 ਨਾਲ ਖਤਮ ਹੁੰਦੀ ਆ। ਸੋ ਸਾਰੇ ਜਿਹੜੇ ਕਨਸੈਪਟ ਨੇ ਉਹ ਆਪਾਂ ਭਾਗ 2 ਦੇ ਵਿੱਚ ਪੜਾਂਗੇ ਜਦੋਂ ਆਪਾਂ ਇਹਨੂੰ ਐਕਸਪਲੇਨ ਕਰਾਂਗੇ। ਉਸ ਤੋਂ ਬਾਅਦ ਸਾਡੇ ਕੋਲੇ ਸੰਵਿਧਾਨ ਦਾ ਪਾਰਟ 3 ਆ ਗਿਆ। ਕੋਈ ਮਰਜ਼ੀ ਐਗਜ਼ਾਮ ਦੇ ਲਓ ਤੁਸੀਂ, ਜਿਹੜਾ ਵੀ ਮਰਜ਼ੀ ਐਗਜ਼ਾਮ ਦੇ ਲਓ, ਚਾਹੇ ਤੁਸੀਂ ਆਪਣਾ ਨਾਇਬ ਤਹਿਸੀਲਦਾਰ ਹੋ ਗਿਆ, UPSC ਹੋ ਗਿਆ, ਤਾਂ ਉੱਥੇ ਕੁਐਸਚਨ ਤੁਹਾਡੇ ਫੰਡਾਮੈਂਟਲ ਰਾਈਟ ਦੇ ਵਿੱਚੋਂ, ਠੀਕ ਹੈ, ਉਹ ਬਣਦਾ ਹੀ ਬਣਦਾ ਗਾ। ਹੋ ਸਕਦਾ ਕਿ ਤੁਹਾਡਾ ਘੁਮਾ ਫਿਰਾ ਕੇ ਕੁਐਸਚਨ ਨੂੰ ਤੁਹਾਡੇ ਸਾਹਮਣੇ ਜਿਹੜਾ ਪ੍ਰੋਵਾਈਡ ਕੀਤਾ ਜਾਂਦਾ, ਪੇਸ਼ ਕੀਤਾ ਜਾਂਦਾ, ਤੇ ਪਰ ਤੁਸੀਂ ਇਸ ਭਾਗ ਨੂੰ ਚੰਗੇ ਤਰੀਕੇ ਨਾਲ ਜੇਕਰ ਕਰ ਲੈਂਦੇ ਹੋ, ਕਿਉਂਕਿ ਜਿਹੜੇ 12 ਤੋਂ 35 ਤੱਕ ਆਰਟੀਕਲ ਨੇ ਸਾਡੇ ਮੌਲਿਕ ਅਧਿਕਾਰਾਂ ਨਾਲ ਸੰਬੰਧਿਤ ਨੇ, ਸਾਨੂੰ ਪਤਾ ਗਾ। ਤੇ 14 ਤੋਂ ਲੈ ਕੇ 32 ਤੱਕ ਜਿਹੜੇ ਅਸੀਂ ਪ੍ਰੋਪਰਲੀ ਯਾਦ ਰੱਖਣੇ ਹੁੰਦੇ ਆ ਵੀ ਕਿਹੜੇ ਆਰਟੀਕਲ ਦੇ ਵਿੱਚ ਕੀ ਦਿੱਤਾ ਗਿਆ ਗਾ। ਠੀਕ ਹੈ, ਸੋ ਇਹਨਾਂ ਨੂੰ ਆਪਾਂ ਇੱਕ ਟ੍ਰਿਕਮਈ ਤਰੀਕੇ ਨਾਲ ਕਰਾਂਗੇ ਕਿ ਤੁਸੀਂ ਨਹੀਂ ਇਹਨਾਂ ਨੂੰ ਭੁੱਲ ਸਕਦੇ। ਉਸ ਤੋਂ ਬਾਅਦ ਆ ਗਿਆ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ। ਸੋ ਸੰਵਿਧਾਨ ਦਾ ਇਹ ਭਾਗ ਜਿਹੜਾ ਆਪਾਂ ਕਰਾਂਗੇ ਤਾਂ ਇਹਦੇ ਵਿੱਚ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦੀ ਗੱਲ ਕੀਤੀ ਗਈ ਆ ਕਿ ਅਸੀਂ ਕਿੱਥੋਂ ਲਏ ਨੇ, ਜਾਂ 37 ਤੋਂ 51 ਤੱਕ ਇਹਦੇ ਵਿੱਚ ਆਰਟੀਕਲ ਆਉਂਦੇ ਨੇ ਸਾਨੂੰ, ਤੇ ਬੜੇ ਤਰੀਕੇ ਨਾਲ ਹਲਕੇ ਪੇਪਰ ਦੇ ਵਿੱਚ ਕੁਐਸਚਨ ਪੁੱਟ ਕੀਤੇ ਜਾਂਦੇ ਆ। ਜ਼ਿਆਦਾਤਰ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ
47 ਕੁਐਸਚਨ बहुत बारी पुट किया जा चुकिया जिहड़ा अपना हैल्थ नाल संबंधित आ, चंगे भोजन नाल, ठीक है, नशीलियां पदार्थां दे मनाही की गल करदा। उस तो बाद 44 आर्टिकल ये बहुत पुट किया जाता जां 51 बहुत पुट किया जाता। सो ये आर्टिकल बहुत पुट किए जाते पेपरां विच तुसीं देखे होणगे। उस तो अगे जिहड़ा आ गया साडे कोले संविधान का भाग 4A, ठीक है, जिस तरह आप कह रहे थे कि गिनती वधी हुई है संविधान दे विच भागां दी, तां इत्थे 4A जिहड़ा भाग आ साडे कोले फंडामेंटल ड्यूटीज वो बाद दे विच ऐड होया जी, ठीक है। सो किहड़ा आर्टिकल है जी इहदा 51A, सिर्फ एक ही आर्टिकल आउंदा इहदे विच। तां इहदे विच अपने जिहड़े 11 मौलिक करतब ने आपां पढ़ांगे उन्हां बारे, जां किहड़ी कमेटी ने सिफारिश कीती सी इन्हां बारे, स्वर्ण सिंह कमेटी जिहड़ी पेपरां 'च पुट कीती जांदी आ, सो इहदे बारे जां किहड़ी सोध राहीं जिहड़े साडे मौलिक करतब आए ने, सो उन्हां बारे आपां इस विच डीपली पढ़ांगे। उस तो अगे साडे कोले आ गया जी संविधान का भाग 5th। देखो जिहड़ा भाग 5th आ, ये मैं तुहानूं पहिलां भी गल कहना हुन्ना कि इसनूं आपां जे संविधान की हब कह लीए तां कोई अतकथन नहीं होवेगी, क्योंकि साडा तुहाडा सारा पेपर आ, टोटली पेपर आ जिहड़ा वो जिहड़ा भाग 5th दे विचों जिहड़ा पाया जांदा गा। सो इहदे विच आपां सब तो पहलां जिवें इहदे विच अगे लैसन आ गए, पार्ट दे विच अगे लैसन आ गए, जिस तरह एग्जीक्यूटिव आ गया, ये 52 तो लैके आपां पढ़ांगे इहदे विच 78 तक जी, ठीक है। सो इहदे विच आपां पढ़ांगे जिस तरह साडा राष्ट्रपति हो गया, उप राष्ट्रपति हो गया, उन्हां बारे एक्सप्लेनेशन करांगे। तो काफ़ी ज़्यादा पेपरां 'च पुट किए जाते क्वेश्चन, क्योंकि राष्ट्रपति के हर एक पेपर के तुहानूं 2 तो लैके 3 क्वेश्चन देखने को मिलते हैं। इस तो इलावा उप राष्ट्रपति वाइस प्रेजिडेंट ऑफ इंडिया ते भी तुहानूं क्वेश्चन पेपर दे विच तुहानूं आम तौर पर देखने को मिलते हैं। उस तो अगे साडे कोल आ गया जी पार्लीमेंट, संसद। तो संसद तो कोई जिहड़ा पेपर आ ये नहीं है क्वेश्चन नहीं है, क्योंकि 2 हाउस ने जिहड़े साडे लोक सभा एंड राज सभा, उत्ते क्वेश्चन मोस्टली पुट किए जाते हैं। संसद के हाउस 2 होंदे ने, तुहानूं पढ़ाया होया, तो ये जिहड़े जे तुहानूं कोई पुट करदा क्वेश्चन इसते भाग किन्ने ने, तो वो तुहानूं तुसीं याद रखना दे पार्ट्स जिहड़े 3 ने, क्योंकि जिहड़ा प्रेजिडेंट नूं भी संसद का एक अभिन्न अंग मन्निया जांदा, ठीक है। सो आपां इहदे विच पढ़ांगे 79 तो लैके 122 तक, ठीक है। सो ये याद रखियो। अगे आपां लैजिस्लेटिव पावर ऑफ प्रेजिडेंट, तो ये जिहड़ी राष्ट्रपति को एक विधानक शक्ति हुंदी आ, काफ़ी विधानक शक्तियां ने आपां पढ़ांगे जो एक्सप्लेनेशन करिए पावरां राष्ट्रपति दियां। तां इहदे विच 123 तुसीं जाणदे हो, एक ऑर्डीनेंस अध्यादेश जारी करता राष्ट्रपति 123 के थ्रू, तो वो बारे पढ़ांगे। तो स्टेटां दे विच राजपाल भी जारी करता हुंदा 213। उस तो अगे जुडिशरी काफ़ी ज़्यादा इंपॉर्टेंट टॉपिक आ। जुडिशरी दे विच की असीं सुप्रीम कोर्ट पढ़ते हैं, हाई कोर्ट्स पढ़ते हैं, तो सबऑर्डीनेट कोर्ट्स पढ़ते हैं, डिस्ट्रिक्ट कोर्ट हो गया, ठीक है। काफ़ी तरह के कोर्ट्स होंदियां ने, वैसे मोबाइल कोर्ट्स हो गई, इवनिंग कोर्ट्स हो गई, तो उन्होंने बारे भी तुहानूं इहदे विच आपां जानकारी देवांगे जो जुडिशरी पढ़ांगे। तो इत्थे आपां गल करते हैं ओनली सुप्रीम कोर्ट की, क्योंकि जिहड़ा 5th भाग दे विच सुप्रीम कोर्ट आएगी ओनली, तो जिहड़ी हाई कोर्ट वो 6th पार्ट दे विच पढ़ांगे, तो जिहड़ी अपनी डिस्ट्रिक्ट कोर्ट हो गई वो भी आपां 6th पार्ट दे विच एक्सप्लेन करांगे। सो इत्थे आपां 124 तो लैके 147 जिहड़ा ਇਹਦੇ ਨਾਲ ਸੰਬੰਧਿਤ ਆਰਟੀਕਲ ਨੇ ਜਿਹੜੇ ਕਿ ਪੇਪਰਾਂ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਪੁੱਟ ਕੀਤੇ ਜਾਂਦੇ ਆ, ਜਿਸ ਤਰ੍ਹਾਂ 147 ਹੋ ਗਏ ਆਰਟੀਕਲ, ਠੀਕ ਹੈ, 147 ਤੱਕ ਜਿਹੜੇ 143 ਬਹੁਤ ਪੁੱਟ ਕੀਤਾ ਜਾਂਦਾ, ਉਸ ਤੋਂ ਬਾਅਦ 126 27 ਤੇ ਇਹ ਜਿਹੜੇ ਆਰਟੀਕਲ ਕਾਫੀ ਜ਼ਿਆਦਾ ਪੁੱਟ ਕੀਤੇ ਜਾਂਦੇ ਆ। ਤੇ ਉਸ ਤੋਂ ਬਾਅਦ ਸਾਡੇ ਕੋਲੇ ਕੈਗ ਕੰਟਰੋਲਰ ਆਡੀਟਰ ਜਨਰਲ, ਜਿਹਨੂੰ ਆਪਾਂ ਪੰਜਾਬੀ 'ਚ ਮਹਾਲੇਖਾ ਪ੍ਰੀਖਕ ਬੋਲਦੇ ਆ, ਇਹ ਜਿਹੜਾ 148 ਤੋਂ ਲੈ ਕੇ 151 ਤੱਕ ਪੜਾਂਗੇ। काफ़ी ज़्यादा इंपॉर्टेंट टॉपिक आ, क्योंकि UPSC के पेपरों के PCS के पेपरों के भी इस क्वेश्चन पुट किए जाते हैं, जां फास्ट कैग किहड़ा सी, जां प्रेजेंट, जां फिर कैग के की काम होंदे ने। सो उन्हां बारे आपां इस जिहड़ा लैसन दे विच गल करांगे। सो इस तो बाद आपां देखते हैं साडे कोल संविधान का भाग जिहड़ा हुंदा गा 5th तो बाद 6, ठीक है। 6th भाग दे विच आपां की गल करन जा रहे हैं जी, स्टेट गौरमेंट। स्टेट गौरमेंट दे विच आम तौर पर जिहड़ा 5th एंड 6th पार्ट आ संविधान का वो सेम कॉपी पेस्ट कह सकते हैं आपां, क्योंकि थोड़ा बहुत चेंजिस ने इन्हां दे विच। जे आपां गल कर लीए जिस तरह लोक सभा एंड राज सभा सेंटर दे विच हुंदी आ, उसी तरह स्टेटां दे विच विधान सभा ते विधान परिषद हुंदी आ। सेंटर दे विच आपां संसद बोल दिंदे आ, ते स्टेटां दे विच ओही ओहदे नूं आपां जिहड़ा पार्ट हुंदा उहनूं आपां इत्थे विधान मंडल बोल दिंदे आ। तो सेंटर के राष्ट्रपति काम करता, नामात्र कार्यपालिका ते स्टेटां दे विच उही राजपाल करदा गा। ते सेंटर दे विच साडे कोले PM काम करता, तो स्टेटां दे विच साडे कोले CM हुंदा गा। तो सेंटर की कैबिनेट हुंदी है एक स्टेटां की कैबिनेट हुंदी आ। सो यही सारे आपां पार्ट दे विच एक्सप्लेन करांगे। तो हाई कोर्ट हो गई इधर, तो सेंटर के की होगी साडे कोले सुप्रीम कोर्ट होगी। सो ये जो टॉपिक ने जिस तरह आप करी दस चुके हैं, जिस तरह जनरल 152 के पढ़ा कला ओनली, एग्जीक्यूटिव जी चलती है 153 तो लेकर 167 के थ्रू पढ़ांगे, जिहदे विच राजपाल की गल करांगे इत्थे। तो स्टेट अपना लैजिस्लेटिव जी लैजिस्लेटिव 168 तो लैके 212, ठीक है। विधान मंडल की गल करांगे, विधान मंडल आ जिहड़ा साडे कोले किस तरह बनया होया, इहदे किस तरह बिल पास होंदे ने,
ठीक है, किहड़े बिलों ते जिहड़ा राजपाल किस तरह मनजूरी दिंदा, किहड़े आर्टिकल थ्रू, सो वो आपां 6 पार्ट दे विच जिहड़ा एक्सप्लेन करांगे। उस तो अगे साडे कोले आ गया लैजिस्ट्रेटिव पावर ऑफ गवर्नर 213 जिहड़ी विधानक शक्ति आ ਉਹਦੀ ਗੱਲ ਕਰਾਂਗੇ ਆਪਾਂ। ਇਹਦੇ ਵਿੱਚ ਅਧਿਆਦੇਸ਼ ਜਾਰੀ ਕਰਨ ਦੀ ਸ਼ਕਤੀ ਦੀ ਗੱਲ ਕਰਾਂਗੇ, ਠੀਕ ਹੈ। ਸੋ ਜਿਹੜੀ ਹਾਈ ਕੋਰਟਸ ਆ ਉਹ ਜਿਹੜਾ ਆਰਟੀਕਲ ਆਉਂਦਾ ਜੀ 214 ਤੋਂ ਲੈ ਕੇ 231 ਤੱਕ, ਇਹ ਤੁਹਾਨੂੰ ਆਪਾਂ ਟਰੈਕ ਵਾਈਜ਼ ਕਰਾਂਗੇ ਕਿਉਂਕਿ ਤੁਹਾਨੂੰ ਮੈਂ ਦੱਸ ਚੁੱਕਿਆ ਵੀ 124 ਆਰਟੀਕਲ ਜਿਹੜਾ ਸੁਪਰੀਮ ਕੋਰਟ ਦਾ, ਜੇ ਆਪਾਂ ਇਹਨੂੰ ਥੋੜਾ ਜਿਹਾ ਇੰਟਰਚੇਂਜ ਕਰ ਦਈਏ 214 ਆਪਣੇ ਕੋਲੇ ਹਾਈ ਕੋਰਟ ਦਾ ਆ ਜਾਏਗਾ, ਠੀਕ ਆ। ਸੋ ਇਸ ਤਰੀਕੇ ਨਾਲ ਆਪਾਂ ਤੁਹਾਨੂੰ ਯਾਦ ਕਰਾਂਗੇ ਇਕੱਲਾ ਇਕੱਲਾ ਆਰਟੀਕਲ। 117 ਆਰਟੀਕਲ ਇਹ ਮੇਰੇ ਤੇ ਛੱਡ ਦੋਗੇ, ਮੈਂ ਤੁਹਾਨੂੰ ਯਾਦ ਕਰਾਉਣੇ ਨੇ ਬੜੇ ਸਿੰਪਲੀ ਤਰੀਕੇ ਨਾਲ ਕਰਾਵਾਂਗੇ, ਠੀਕ ਹੈ। ਉਸ ਤੋਂ ਬਾਅਦ ਸਾਡੇ ਕੋਲੇ ਸਬਆਰਡੀਨੇਟ ਕੋਰਟ ਆ ਗਈਆਂ, ਇਹ ਜਿਹੜੀਆਂ 233 ਤੋਂ ਲੈ ਕੇ 237 ਤੱਕ ਨੇ। ਸੋ ਜਿਹੜੀ ਸਾਡੇ ਕੋਲੇ ਹਾਈ ਕੋਰਟ ਹੈ 214 ਤੋਂ ਲੈ ਕੇ 231 ਤੱਕ ਹੋਏਗਾ। ਜਿਹੜੇ ਆਪਣੇ ਸਬਆਰਡੀਨੇਟ ਕੋਰਟਸ ਨੇ ਇਹ 233 ਤੋਂ ਲੈ ਕੇ 237 ਤੱਕ ਆਪਾਂ ਇਹਨਾਂ ਬਾਰੇ ਪੜਾਂਗੇ। ਤੇ ਇਹਨਾਂ ਦੇ ਵਿੱਚ ਪੜ੍ਹਨ ਤੁਹਾਨੂੰ ਪਤਾ ਹੀ ਹੈ ਕੀ ਹੁੰਦਾ, ਜਿਸ ਤਰ੍ਹਾਂ ਮੈਕਸੀਮਮ ਟਰਮ ਤੁਸੀਂ ਜਾਂਦੇ ਜੱਜਾਂ ਦੀ, ਜਿਵੇਂ ਸੁਪਰੀਮ ਕੋਰਟ ਦੇ ਵਿੱਚ 65 ਸਾਲ ਹੋ ਗਿਆ, ਹਾਈ ਕੋਰਟ ਦੇ ਵਿੱਚ 62 ਸਾਲ ਹੋ ਗਿਆ ਤੇ ਡਿਸਟ੍ਰਿਕਟ ਕੋਰਟ ਦੇ ਵਿੱਚ 60 ਸਾਲ ਹੋ ਗਿਆ, ਠੀਕ ਹੈ। ਸੋ ਇਸੇ ਤਰੀਕੇ ਦੇ ਕੁਐਸਚਨ ਪੁੱਟ ਕੀਤੇ ਜਾਂਦੇ ਆ। ਉਸ ਤੋਂ ਅੱਗੇ ਸਾਡੇ ਕੋਲੇ ਆ ਗਿਆ ਸੰਵਿਧਾਨ ਦਾ ਪਾਰਟ ਜਿਹੜਾ ਸਾਡੇ ਕੋਲੇ 7 ਆ ਜੀ। 7 ਦੀ ਆਪਾਂ ਗੱਲ ਕੀਤੀ ਸੀ ਕਿ ਜਿਹੜਾ ਸੰਵਿਧਾਨ ਦਾ 7th ਪਾਰਟ ਆ ਉਹ ਡਿਲੀਟ ਹੋ ਚੁੱਕਿਆ, ਠੀਕ ਹੈ। ਸੋ ਕਿਹੜੀ ਸੋਧ ਰਾਹੀਂ ਜੀ? 7ਵੀਂ ਸੋਧ 1956 ਦੇ ਰਾਹੀਂ। ਤੇ 7ਵੀਂ ਸੋਧ 1956 ਤੇ ਆਪਾਂ 4 ਗੱਲਾਂ ਮੈਂ ਤੁਹਾਨੂੰ ਪਹਿਲਾਂ ਵੀ ਯਾਦ ਕਰਾਉਣਾ ਹੁੰਦਾ ਕਿ ਇੱਕ ਤਾਂ ਰਾਜਾਂ ਦਾ ਪੁਨਰਗਠਨ ਹੋਇਆ ਇਸ ਵਿੱਚ, ਇੱਕ ਜਿਹੜਾ ਸੰਵਿਧਾਨ ਦਾ ਭਾਗ 7ਵਾਂ ਭਾਗ ਆ ਤੇ 7ਵੀਂ ਕੀ ਹੈ ਸਾਡੇ ਕੋਲੇ ਸੋਧ ਆ ਡਿਲੀਟ ਹੋਇਆ। ਉਸ ਤੋਂ ਇਲਾਵਾ ਜਿਹੜੇ ਸਾਡੇ ਕੋਲੇ ਆਪਣੇ 2 ਜਾਂ 2 ਤੋਂ ਵੱਧ ਰਾਜਾਂ ਦਾ ਇੱਕ ਰਾਜਪਾਲ ਹੋ ਸਕਦਾ, ਜਾਂ 2 ਜਾਂ 2 ਤੋਂ ਵੱਧ ਰਾਜਾਂ ਦੀ ਇੱਕ ਹਾਈ ਕੋਰਟ ਹੋ ਸਕਦੀ ਆ। ਸੋ ਇਹ ਸਾਰੇ ਪੁਆਇੰਟ ਆਪਾਂ 7ਵੀਂ ਸੋਧ ਦੇ ਵਿੱਚ ਗੱਲ ਕੀਤੀ ਸੀ। ਤੇ ਇਹ ਜਿਹੜਾ ਆਰਟੀਕਲ ਇਹਦੇ ਵਿੱਚ ਕਿੰਨਾ ਹੁੰਦਾ ਸੀਗਾ? 238। ਸੋ ਇਹ ਜਿਹੜਾ ਸੰਵਿਧਾਨ ਦਾ ਭਾਗ ਹੁਣ ਕੀ ਆ? ਡਿਲੀਟ ਹੋ ਚੁੱਕਿਆ ਜੀ। ਉਸ ਤੋਂ ਅੱਗੇ ਸਾਡੇ ਕੋਲੇ 8th ਭਾਗ ਆ ਗਿਆ ਯੂਨੀਅਨ ਟੈਰੀਟਰੀਜ਼, ਕਹਿਣ ਦਾ ਭਾਵ ਡਿਊਟੀਜ਼ ਸਾਡੀਆਂ ਕੇਂਦਰ ਸ਼ਾਸਤ ਪ੍ਰਦੇਸ਼। ਜਿਵੇਂ ਸਾਡੇ ਕੋਲੇ ਅੱਜ ਪ੍ਰੈਜੈਂਟ ਕਿੰਨੇ ਨੇ? 8 ਕੇਂਦਰ ਸ਼ਾਸਤ ਪ੍ਰਦੇਸ਼ ਨੇ। ਤੋਂ 8ਵਾਂ ਜਿਹੜਾ ਭਾਗ ਹੈਗਾ ਆਪਾਂ ਪੜਾਂਗੇ ਟ੍ਰਿਕ ਵੈ ਸਾਰੇ ਪਾਰਟਸ 22 ਭਾਗਾਂ ਦਾ ਵੀ ਆਪਾਂ ਟ੍ਰਿਕ ਦੱਸਾਂਗੇ ਤੁਹਾਨੂੰ ਕਿ ਕਿਹੜਾ ਭਾਗ ਕਿਹੜੇ ਨਾਲ ਸੰਬੰਧਿਤ ਆ, ਕਿਸ ਤਰ੍ਹਾਂ ਯਾਦ ਰੱਖਣਾਗਾ। ਸੋ 8ਵਾਂ ਭਾਗ ਜਿਵੇਂ ਤੁਹਾਨੂੰ ਦੱਸ ਰਿਹਾ ਕਿ 8ਵਾਂ ਹੀ ਭਾਗ ਆ ਤੇ 8 ਹੀ ਸਾਡੇ ਕੋਲੇ ਅੱਜ ਡਿਊਟੀਆਂ ਨੇ ਸਾਡੇ ਕੋਲੇ। ਤੇ 239 ਤੋਂ ਲੈ ਕੇ 242 ਤੱਕ ਦੇ ਅੰਡਰ ਆਰਟੀਕਲ ਆਉਂਦੇ ਨੇ। ਉਸ ਤੋਂ ਅੱਗੇ ਸਾਡੇ ਕੋਲੇ ਆ ਗਿਆ 9ਵਾਂ ਭਾਗ ਜਿਹਦੇ ਵਿੱਚ ਆਪਾਂ ਪੜਾਂਗੇ ਪੰਚਾਇਤੀ ਰਾਜ। ਪੰਚਾਇਤੀ ਰਾਜ ਕਾਫੀ ਜ਼ਿਆਦਾ ਇੰਪੋਰਟੈਂਟ ਟੌਪਿਕ ਆ। ਜਿੰਨੇ ਮਰਜ਼ੀ ਪੇਪਰ ਦੇ ਲਓ, ਕੋਈ ਅਜਿਹਾ ਪੇਪਰ ਨਹੀਂ ਦੇਖਣ ਨੂੰ ਮਿਲਣਾ ਜਿਹਦੇ ਵਿੱਚ ਤੁਹਾਡੇ ਕੋਲੇ ਪੰਚਾਇਤੀ ਰਾਜ ਦੇ ਵਿੱਚ ਕੁਐਸਚਨ ਪੁੱਟ ਨਾ ਕੀਤਾ ਗਿਆ ਹੋਵੇ। ਸੋ ਇਹਦੇ ਵਿੱਚ ਜਿਹੜਾ ਆਰਟੀਕਲ ਆਉਂਦਾ 243 ਤੋਂ ਲੈ ਕੇ 243 O ਤੱਕ, ਠੀਕ ਹੈ। ਸੋ 16 ਆਰਟੀਕਲ ਐਡ ਕੀਤੇ ਗਏ ਸੀ। ਆਪਾਂ ਗੱਲ ਕਰਦੇ ਹੁੰਦੇ ਆ ਕਿਉਂਕਿ 16 ਆਰਟੀਕਲ ਬਣਦੇ ਆ, ਜੇ ਆਪਾਂ ਰੀਜਨਿੰਗ ਕਰਦੇ ਆ ਤਾਂ A ਤੋਂ ਲੈ ਕੇ O ਤੱਕ ਜਿਹੜੇ 15 ਅੱਖਰ ਬਣਦੇ ਆ, ਕਿਉਂਕਿ ਜਿਹੜੀ O ਹੁੰਦੀ ਆ ਉਹ ਕਿੰਨੇ ਨੰਬਰ ਤੇ ਹੁੰਦੀ ਹੈ ਜੀ? 15 ਨੰਬਰ ਤੇ। ਸੋ ਇੱਕ ਜਿਹੜਾ ਆਰਟੀਕਲ ਕੱਲਾ ਓਨਲੀ 243 ਹੋ ਗਿਆ, ਤਾਂ ਇਹਦੇ ਵਿੱਚ ਕਿੰਨੇ ਆਰਟੀਕਲ ਹੋ ਗਏ? 16 ਆਰਟੀਕਲ ਜਿਹੜੇ ਨਵੇਂ ਐਡ ਕੀਤੇ ਗਏ ਨੇ। ਸੋ ਅੱਗੇ ਆਪਾਂ 9A ਸੰਵਿਧਾਨ ਦਾ ਭਾਗ ਜਿਹੜਾ ਬਾਅਦ ਵਿੱਚ ਐਡ ਕੀਤਾ ਇਹਨਾਂ ਨੇ, ਜਿਹੜਾ ਸ਼ਹਿਰੀ ਪੰਚਾਇਤ ਦੀ ਗੱਲ ਕਰਾਂਗੇ। ਇਹ 73ਵੀਂ ਸੋਧ ਰਾਹੀਂ ਜਿਹੜਾ ਐਡ ਕੀਤਾ ਸੀ। ਇਹ ਆਪਣੇ ਕੋਲੇ ਇਹ 73 ਸੋਧ ਆ, ਇਹਦੇ ਨਾਲ ਸੰਬੰਧਿਤ ਜਿਹੜਾ ਹੋਇਆ ਸੀਗਾ ਇਹਨਾਂ ਨੂੰ ਸੰਵਿਧਾਨਕ ਦਰਜਾ ਦੇਤਾ ਸੀਗਾ, ਠੀਕ ਹੈ। 73ਵੀਂ ਸੋਧ ਦੇ ਵਿੱਚ ਪੰਚਾਇਤਾਂ ਨੂੰ ਸੰਵਿਧਾਨਕ ਦਰਜਾ ਦੇਤਾ ਸੀਗਾ, ਉਹ ਆਪਾਂ ਪੜਾਂਗੇ। ਤੇ 74ਵੀਂ ਸੋਧ ਸਾਡੀ ਜਿਹੜੀ ਸ਼ਹਿਰੀ ਪੰਚਾਇਤ ਨਾਲ ਸੰਬੰਧ ਰੱਖਦੀ ਆ, ਸ਼ਹਿਰੀ ਪੰਚਾਇਤ ਨਾਲ। ਇਹਦੇ ਵਿੱਚ ਜਿਹੜੇ ਆਰਟੀਕਲ ਆ ਜਿਵੇਂ ਇੱਥੇ O ਤੋਂ ਖਤਮ ਹੋ ਗਏ, P ਤੋਂ ਲੈ ਕੇ ZG ਤੱਕ ਚੱਲਦੇ ਆ, ਠੀਕ ਹੈ। ਸੋ ਇਹਦੇ ਵਿੱਚ ਜਿਹੜੇ ਆਰਟੀਕਲ ਐਡ ਕੀਤੇ ਆਪਾਂ 18 ਆਰਟੀਕਲ ਐਡ ਕੀਤੇ ਨੇ, ਕਿਉਂਕਿ ਜਦੋਂ P ਤੋਂ ਲੈ ਕੇ Z ਤੱਕ ਚੱਲਾਂਗੇ ਉਸ ਤੋਂ ਬਾਅਦ ਫਿਰ A ਤੋਂ ਲੈ ਕੇ G ਤੱਕ ਚੱਲਾਂਗੇ, ਤਾਂ ਇਹਦੇ ਵਿੱਚ 18 ਆਰਟੀਕਲ ਨਵੇਂ ਐਡ ਕੀਤੇ ਨੇ। ਉਸ ਤੋਂ ਬਾਅਦ ਸਾਡੇ ਕੋਲੇ 9B ਭਾਗ, ਇਹ ਵੀ ਸੰਵਿਧਾਨ ਦੇ ਵਿੱਚ ਬਾਅਦ ਦੇ ਵਿੱਚ ਐਡ ਕੀਤਾ ਗਿਆ। 9A ਤੇ 9B ਇਹ ਬਾਅਦ ਦੇ ਵਿੱਚ ਐਡ ਕੀਤੇ ਗਏ ਨੇ। ਇਹ ਹੈਗਾ ਕੋਆਪਰੇਟਿਵ ਸੁਸਾਇਟੀ ਸਹਿਯੋਗੀ ਸੰਮੇਲਨ ਨੇ ਜਿਹੜੇ ਸਾਡੇ, ਠੀਕ ਹੈ। ਸੋ ਕਈ ਵਾਰੀ ਕੁਐਸਚਨ ਪੁੱਟ ਕੀਤਾ ਗਿਆ ਕਿ ਇਹ ਕਿਹੜੀ ਸੋਧ ਰਾਹੀਂ ਐਡ ਕੀਤਾ ਗਿਆ, ਤਾਂ 97 ਅਮੈਂਡਮੈਂਟ ਹੋਈ ਸੰਵਿਧਾਨ ਦੇ ਵਿੱਚ 2011 ਦੇ ਵਿੱਚ, ਠੀਕ ਹੈ। ਸੋ ਇਹਦੇ ਬਾਰੇ ਆਪਾਂ ਪੜਾਂਗੇ। ਤੇ ਇਹਦੇ ਜਿਹੜੇ ਆਰਟੀਕਲ 243 ZH ਤੋਂ ਲੈ ਕੇ ZT ਤੱਕ ਜਿਹੜੇ ਆਉਂਦੇ ਨੇ, ਠੀਕ ਹੈ। ਸੋ ਇਹਨਾਂ ਬਾਰੇ ਆਪਾਂ ਗੱਲ ਕਰਾਂਗੇ ਜਦੋਂ ਆਪਾਂ ਨੈਕਸਟ ਇਹਨਾਂ ਨੂੰ ਐਕਸਪਲੇਨ ਕਰਾਂਗੇ ਸੰਵਿਧਾਨ ਦੇ ਭਾਗ ਨੂੰ। ਉਸ ਤੋਂ ਅੱਗੇ ਸਾਡੇ ਕੋਲੇ ਪਾਰਟ ਜਿਹੜਾ ਆ ਗਿਆ 10th, ਠੀਕ ਹੈ। ਸ਼ਡਿਊਲ ਐਂਡ ਆਪਣਾ ਟ੍ਰਿਬਿਊਨਲ ਏਰੀਆ, ਠੀਕ ਹੈ, ਟਰਾਈਬਲ, ਠੀਕ ਹੈ। ਜਿਹੜੇ ਆਪਣਾ 244 ਤੋਂ ਲੈ ਕੇ 244A ਤੱਕ ਜੀ, ਠੀਕ ਹੈ। ਸੋ SC ਨਾਲ ਆਪਾਂ ਸੰਬੰਧਿਤ ਪੜਾਂਗੇ ਸ਼ਡਿਊਲ ਜਿਹੜੇ ਹਨ, ਠੀਕ ਹੈ, SC ਬਾਰੇ, ਠੀਕ ਹੈ। ਇਹਦੇ ਜਿਹੜਾ ਸੰਵਿਧਾਨ ਦੇ ਭਾਗ 221 ਆਰਟੀਕਲ ਆਉਂਦਾ, ਦੇਖੋ 244 ਹੋ ਗਿਆ ਇੱਕ, ਤਾਂ 244A ਹੋ ਗਿਆ। ਸਿਰਫ ਇੰਨੇ ਇਹਦੇ ਵਿੱਚ ਆਪਾਂ ਪੜਾਂਗੇ ਕਿ ਇਹਦੇ ਵਿੱਚ ਕਿਹੜਾ ਆਰਟੀਕਲ ਪੜਨ ਵਾਲਾ ਤੁਹਾਨੂੰ ਦੱਸਾਂਗੇ। ਉਸ ਤੋਂ ਅੱਗੇ ਸਾਡੇ ਕੋਲ ਆ ਗਿਆ ਰਿਲੇਸ਼ਨ ਬਿਟਵੀਨ ਯੂਨੀਅਨ ਐਂਡ ਸਟੇਟ, ਤੇ ਇਹਦੇ ਨਾਲ ਸੰਬੰਧਿਤ ਸੰਵਿਧਾਨ ਦਾ ਭਾਗ 11 ਜਿਹੜਾ ਸੰਬੰਧਿਤ ਹੈਗਾ। ਕਾਫੀ ਵਾਰ ਪੇਪਰਾਂ 'ਚ ਕੁਐਸਚਨ ਇੱਥੋਂ ਪੁੱਟ ਕੀਤੇ ਗਿਆ, ਜਿਵੇਂ ਇੰਟਰਸਟੇਟ ਕਾਊਂਸਲ ਦਾ ਪੁੱਟ ਕੀਤਾ ਜਾਂਦਾ ਸਾਨੂੰ ਆਰਟੀਕਲ, ਜਾਂ ਇੰਟਰਸਟੇਟ ਬਾਰਡਰ ਡਿਸਪਿਊਟ ਪੁੱਟ ਕੀਤਾ ਜਾਂਦਾ। ਸੋ ਇਹਦੇ ਬਾਰੇ ਜਿਹੜੀ ਗੱਲ ਕਰਾਂਗੇ ਆਪਾਂ ਸੰਵਿਧਾਨ ਦੇ ਭਾਗ 11 ਜਿਹੜਾ ਕਿ 245 ਤੋਂ ਲੈ ਕੇ 200
63 तक चलेगा जी, ठीक है। सो 245 तो लैके 263 तक। उस तो अगे साडे कोल संविधान का भाग आ गया 12, ठीक है। 12 ਦੇ ਵਿੱਚ ਅਸੀਂ ਪੜਾਂਗੇ फाइनांस प्रॉपर्टी, ठीक है, कंट्रैक्ट एंड सूट्स, ठीक है। ये पढ़ांगे आप क्योंकि जो फाइनांस कमीशन जिस तरह क्वेश्चन पुट किए सू GST के क्वेश्चन बहुत बारी पुट किया गया भी जो GST आ वो कि सोध राही आया ਜਾਂ कदों आया ਜਾਂ ਉਹਨੂੰ कौन लैके आया ਸੀਗਾ ਜਾਂ ਉਸ ਤੋਂ ਬਾਅਦ ਪੁੱਟ ਕੀਤਾ ਜਾਂਦਾ आम तौर पर भी ਜਿਹੜਾ ਪ੍ਰੈਜੈਂਟਲੀ ਜਿਹੜਾ फाइनांस कमीशन आ वो किन्नवें नंबर ਦਾ ਚੱਲ ਰਿਹਾ ਗਾ, ठीक है। ਜਾਂ ਸਾਡਾ फस्ट फाइनांस कमीशन का ਜਿਹੜਾ ਮੋਢੀ ਸੀ ਅਧਿਆਪਕ ਸੀ ਉਹ ਕੌਣ ਸੀ, ਅੱਜ ਵਾਲੇ ਦਾ ਕੌਣ ਆ। सो इस तरह के क्वेश्चन पुट किए जाते हैं। ਜਾਂ फाइनांस कमीशन का तुहानूं कई बार आर्टिकल पुट किया गया संविधान के भी किहड़े आर्टिकल के अंडर आता, ਜਾਂ सेंटर का जो फाइनांस कमीशन कौन बनाता गा तो स्टेटां का फाइनांस कमीशन कौन बनाता गा। मस्ट गेट क्वेश्चन स्टेट फाइनांस कमीशन पुट किया गया सीगा, जिहड़ा कि राजपाल का आंसर आएगा। तो ये 264 तो लैके 300 ए तक जो आप संविधान का भाग पढ़ांगे 12 नंबर की। उस तो बाद ट्रेड एंड कमर्स आ गया साडे कोल संविधान का भाग 13, ठीक है। सो ये जो चलेगा 301 तो लैके 307 तक। व्यापार की गल करांगे जिहड़ा साडा हुंदा गा देश का। उस तो अगे साडे कोल आ गया संविधान का भाग 14 जी। 14 ਦੇ ਵਿੱਚ ਜਿਹੜਾ अपना सर्विस अंडर द यूनियन एंड स्टेट्स, ਇਹਦੇ ਵਿੱਚ ਕੀ ਆਏਗਾ ਆਪਾਂ जिस तरह UPSC ਜਿਹੜਾ पढ़ते हैं तो स्टेट पब्लिक सर्विस कमीशन पढ़ते हैं, ठीक है। सो ये बारे गल करांगे। जां एक जॉइंट पब्लिक सर्विस कमीशन भी हुंदा, ठीक है, वो गल करांगे आप संविधान के भाग 14 दे विच। जेकर आप सारा देखिए तो यह 308 तो लैके 323 तक चलेगा, ठीक है। पर इसनूं इत्थे डिवाइड्स किया हुआ आप पढ़ांगे किस तरह जिहड़े किहड़े आर्टिकल पुट किए जाते हैं, ये काम किहड़े आर्टिकल दे विच आउंदे आ, ठीक है। सो इस तरीके नाल आपां इहनूं सॉल्व करांगे। उस तो अगे साडे कोले 15 नंबर जिहड़ा पार्ट्स आ वो इलैक्शन कमीशन ऑफ इंडिया जी। इलैक्शन कमीशन ऑफ इंडिया ते जिहड़े काफ़ी क्वेश्चन देखने को पेपरों के मिलते होंगे आ, इसकी नियुक्ति को लैके चो अपना जां फिर इसनूं हटाया किस तरह जाता गा, जां किहड़े आर्टिकल दे विच इहदा वर्णन किया जाता, जां साडा प्राइजेंटली इलैक्शन कमीशन कौन आ, जां जिहड़े इलैक्शन कमीशन अदर लगे होंदे दो उन्हां बारे गल की जाती है। सो ये सारा पढ़ांगे। जां साडा पहली बारी जिहड़ा ਇਹ कदों स्थापित होया, ਇਹਦੀ गोल्डन जुबली कदों मनाई गई। सो इस तरह के क्वेश्चन पेपर के ਜਿਹੜੇ देखने ਨੂੰ ਤੁਹਾਨੂੰ ਮਿਲਦੇ ਆ 15ਵੇਂ ਭਾਗ ਦੇ ਵਿੱਚੋਂ, ठीक है। सो 14 ਜਿਹੜਾ ਆਪਾਂ ਇੱਥੇ ਰਹਿ ਗਿਆ, ਸੌਰੀ 14 ਏ ਦੀ ਗੱਲ ਕਰਦੇ ਆਪਾਂ, ਜਿਹੜਾ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਸਟਾਰਟਿੰਗ ਦੇ ਵਿੱਚ 14 ਏ ट्रिब्यूनल, ठीक है। ਇਹ ਬਾਅਦ ਦੇ ਵਿੱਚ ਐਡ ਹੋਇਆ, ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਮੈਂ ਵੀ ਜਿਹੜਾ 14 ਏ 4 ਭਾਗ ਐਡ ਹੋਏ ਹੋਏ ਨੇ ਬਾਅਦ ਦੇ ਵਿੱਚ, ठीक है। ਉਹ ਆਪਾਂ ਮੈਂ ਦੱਸ ਹੀ ਚੁੱਕਿਆ ਹੁਣ। ਜਿਸ ਤਰ੍ਹਾਂ ਆਪਾਂ 4 ਏ ਹੋ ਗਿਆ, 9 ਏ 9 बी, उस तो बाद 14 ई। सो ये जोड़े 4 भाग हो गए संविधान के जोड़े बाद ऐड होए ने, जोड़े मैं तुहानूं स्टार्टिंग ते दसे ने। तो ये जोड़े आर्टिकल कोई ज़्यादा नहीं होंगे, 323 ए तो लैके 323 बी, सिर्फ 2 आर्टिकल ही आप इन्हों दस देंगे ये की पढ़ने वाला। उस तो अगे साडे कोल इलैक्शन कमीशन जी मैं गल कर रहा सीगा 15वां लैसन आ, ये आप पढ़ांगे संविधान का 15वां भाग, ठीक है। सो 324 तो लैके 329 ए तक आउंदा गा। 329 भी लिखा होंदा आम तौर पर पेपर के विच 329। अगला आ गया साडे कोले 16वां भाग संविधान का। 16वें भाग दे विच की है स्पैशल प्रोविजन रिलेटेड द सर्टेन क्लासेस। जिस तरह साडे कोले SC हो गया, BC हो गया तो अपना जिहड़ा ST हो गया। सो ये बारे आप जिहड़ा 330 तो लैके 342 आर्टिकल जिहड़े इहदे अंडर आउंदे आ आप पढ़ांगे। क्योंकि जिवें इस तरह SC हो गया, ST हो गया तो OBC हो गया, एंग्लो इंडियन कोटा हो गया जिहड़ा साडा, ठीक है। सो चारां जिहड़े इन्हां जिहड़ा साडीआं क्लासेस ने इन्हां बारे आप पढ़ांगे संविधान के 330 तो लैके। क्योंकि आप पढ़ते होंदे सीगे कि जिहड़ा लोक सभा दे विच कोटा गा वो किहड़े आर्टिकल दे विच आउंदा, 330 दे विच आउंदा, जिहड़ा SC लई 84 आ ते ST लई 47 आ। जां फिर SC का आर्टिकल किन्ना तुहानूं दस्सिया जाएगा, ST का किन्ना, OBC का किन्ना गा, एंग्लो इंडियन का किन्ना गा। सो ये बारे आप गल करांगे संविधान के भाग 16 दे विच। उस तो अगे साडे कोले भाग आ गया 17वां। 17 नंबर दे विच की आउंदा जी, 17 च ऑफिशियल लैंग्वेज आउणियां साडीआं, ठीक है। तो काफ़ी ज़्यादा क्वेश्चन पुट किए जाते इत्थों पेपरों के, क्योंकि जो 17वां भाग आ भाषावां नाल संबंधित आ। कई बार तो तुहानूं शेड्यूल पुट किया गया पेपर के कि भाषावां नाल संबंधित संविधान का किहड़ा शेड्यूल आ, ठीक है। 8वां शेड्यूल है जिहदे ते क्वेश्चन बहुत बारी पुट किया गया, जां फिर 8वें शेड्यूल के किहड़ियां भाषावां का वर्णन किया गया। सो इत्थे क्वेश्चन बड़े पुट किए जाते हैं। जां फिर सिंधी किहड़ी सोध राही आई है, जिस तरह आप पढ़िया 21वीं सोध राही आई आ। उस तो बाद मणीपुरी, कोकणी ते नेपाली वो 71वीं सोध राही आई ने, ते बोडो, डोगरी, संथाली ते मैथाली वो जिहड़ियां अपने कोले 92वीं सोध राही आई ने। सो 21 71 92 आप एक ट्रैक कराया हुआ स्टूडेंट्स नूं, ਜਿਹੜੇ ਸਾਡੇ ਕੋਲੇ ਆਫਲਾਈਨ ਸਟੂਡੈਂਟਸ ਪੜ੍ਹ ਰਹੇ ਸੀਗੇ। 21 71 92 ਦਾ ਆਪਾਂ ਟਰੈਕ ਬਣਾਇਆ ਹੈ ਕਿ ਕਿਸ ਤਰ੍ਹਾਂ ਇਹਨਾਂ ਨੂੰ ਆਪਾਂ ਯਾਦ ਰੱਖਣਾ, ਜਾਂ ਫਿਰ ਕਿਹੜੇ ਸੰਨ ਦੇ ਵਿੱਚ ਇਹ ਸੋਧਾਂ ਹੋਈਆਂ ਨੇ। ਸੋ ਇੱਥੇ ਕੁਐਸਚਨ ਪੁੱਟ ਕੀਤਾ ਜਾਂਦਾ ਗਾ। ਤੇ ਉਸ ਤੋਂ ਬਾਅਦ ਐਮਰਜੈਂਸੀ ਪ੍ਰੋਵੀਜ਼ਨਲ, ਠੀਕ ਹੈ। ਜਿਹੜੀ ਐਮਰਜੈਂਸੀ ਪ੍ਰੋਵੀਜ਼ਨ ਆ, ਜਿਸ ਤਰ੍ਹਾਂ ਸੰਕਟਕਾਲੀਨ ਸ਼ਕਤੀਆਂ,
ਸੰਕਟਕਾਲੀ ਸ਼ਕਤੀਆਂ ਦੀ ਆਪਾਂ ਗੱਲ ਕਰਾਂਗੇ ਸੰਵਿਧਾਨ ਦੇ ਭਾਗ 18 ਦੇ ਵਿੱਚ ਜਿਹੜਾ ਕਿ 352 ਤੋਂ ਲੈ ਕੇ 360 ਦੇ ਅੰਡਰ ਆਉਂਦਾ ਜੀ। ਇਹਦੇ ਵਿੱਚ 352 ਤੋਂ ਲੈ ਕੇ 360 ਆਰਟੀਕਲ ਨੇ ਜਿਹੜੇ ਅੰਡਰ ਆਉਂਦੇ ਆ। ਸੋ ਰਾਸ਼ਟਰਪਤੀ ਕੋਲੇ 3 ਤਰ੍ਹਾਂ ਦੀਆਂ ਪਾਵਰਾਂ ਹੁੰਦੀਆਂ ਨੇ ਜਿਹੜੀਆਂ ਆਪਾਂ ਪੜ੍ਹਦੇ ਹੁੰਦੇ ਆ। ਜਾਂ ਸਾਡੇ ਕੋਲੇ ਸਟੇਟ ਐਮਰਜੈਂਸੀ ਹੁਣ ਤੱਕ ਕਿੰਨੇ ਵਾਰੀ ਲੱਗ ਗਈ, ਪੰਜਾਬ ਦੇ ਵਿੱਚ ਆਪਾਂ ਗੱਲ ਕਰ ਲਈਏ ਤਾਂ 8 ਵਾਰ ਜਿਹੜੀ ਲੱਗ ਚੁੱਕੀ ਆ। ਨੈਸ਼ਨਲ ਐਮਰਜੈਂਸੀ ਸਾਡੀ ਕਿ 3 ਵਾਰੀ ਲੱਗ ਚੁੱਕੀ ਹੈ ਇੰਡੀਆ ਦੇ ਵਿੱਚ। ਤੇ ਉਸ ਤੋਂ ਇਲਾਵਾ ਜਿਹੜੀ ਕਿ ਫਾਈਨਾਂਸ ਐਮਰਜੈਂਸੀ ਹਾਲੇ ਤੱਕ ਉਹ ਨਹੀਂ ਯੂਜ਼ ਹੋਈ। ਤੋ ਇਹਦੇ ਬਾਰੇ ਆਪਾਂ ਸੰਵਿਧਾਨ ਦੇ ਭਾਗ 18 ਦੇ ਵਿੱਚ ਪੜਾਂਗੇ। ਸੋ ਇੱਥੋਂ ਕੁਐਸਚਨ ਪੁੱਟ ਕੀਤਾ ਗਿਆ ਸੀ ਮਾਸਟਰ ਗੇਟ ਦੇ ਵਿੱਚ ਇੱਕ ਕਿ ਕੈਬਨਿਟ ਸ਼ਬਦ ਆ ਜਿਹੜਾ ਉਹ ਕਦੋਂ ਯੂਜ਼ ਕੀਤਾ ਪਹਿਲੀ ਵਾਰੀ, ਕਿਹੜੀ ਸੋਧ ਰਾਹੀਂ ਕੀਤਾ। ਤੋ 44 ਅਮੈਂਡਮੈਂਟ ਤੁਹਾਨੂੰ ਦੱਸਿਆ ਹੋਇਆ ਮੈਂ, ਇਹਦੇ ਨਾਲ ਹੀ ਸੰਬੰਧਿਤ ਐਮਰਜੈਂਸੀਆਂ ਦੇ ਵਿੱਚ ਹੀ ਆਉਂਦੀ ਆ। ਜਿਹੜੀ ਚੇਂਜਸ ਹੋਈ ਆ ਜਾਂ ਇੱਕ ਖੇਤਰ ਵਿੱਚ ਆਪਾਂ ਐਮਰਜੈਂਸੀ ਲਾਉਣੀ ਆ ਜਾਂ ਸਮੁੱਚੇ ਭਾਰਤ ਵਿੱਚ ਲਾਉਣੀ ਆ, ਉਹਦੇ ਨਾਲ ਹੀ ਸੰਬੰਧਿਤ ਜਿਹੜੀ 44 ਅਮੈਂਡਮੈਂਟ ਆ ਜਾਂ ਕੈਬਨਿਟ ਸ਼ਬਦ ਇੱਥੇ ਮੰਤਰੀ ਮੰਡਲ ਪਹਿਲੀ ਵਾਰੀ ਯੂਜ਼ ਕੀਤਾ ਗਿਆ ਸੀਗਾ। ਕਾਫੀ ਵਾਰ ਆਪਾਂ ਇਹ ਪੜ੍ਹਿਆ ਹੋਇਆ। ਉਸ ਤੋਂ ਅੱਗੇ ਦੇਖਦੇ ਹਾਂ ਸਾਡੇ ਕੋਲੇ ਜੀ ਮਿਸਲੀਨੀਅਸ ਜਿਹੜਾ ਸੰਵਿਧਾਨ ਦਾ ਭਾਗ 19 ਪੜਾਂਗੇ ਆਪਾਂ। ਜਿਹੜਾ ਇਹਦੇ ਵਿੱਚ 361 ਤੋਂ ਲੈ ਕੇ 367 ਤੱਕ ਜਿਹੜੇ ਇਹਦੇ ਅੰਡਰ ਆਰਟੀਕਲ ਆਉਂਦੇ ਨੇ। ਉਸ ਤੋਂ ਅੱਗੇ ਸਾਡੇ ਕੋਲੇ ਆ ਗਿਆ ਅਮੈਂਡਮੈਂਟਸ ਆਫ ਕੰਸਟੀਟਿਊਸ਼ਨ। ਤੇ ਜਿਹੜੀ ਸੰਵਿਧਾਨ ਦੇ ਵਿੱਚ ਸੋਧ ਹੁੰਦੀ ਆ ਇਹ ਕਿਹੜੇ ਆਰਟੀਕਲ ਥਰੂ ਹੁੰਦੀ ਆ? 368 ਦੇ ਅੰਡਰ ਹੁੰਦੀ ਆ ਜੀ। ਕਿਉਂਕਿ ਇੱਥੇ 3 ਤਰੀਕੇ ਨਾਲ ਸੋਧ ਕੀਤੀ ਜਾਂਦੀ ਆ। ਇੱਕ ਤਾਂ ਹੁੰਦੀ ਹੈਗੀ ਸਿੰਪਲ ਮੈਜੋਰਟੀ ਨਾਲ, ਇੱਕ ਸਪੈਸ਼ਲ ਮੈਜੋਰਟੀ ਨਾਲ, ਇੱਕ ਹੁੰਦੀ ਆ ਕੁਝ ਸਟੇਟਾਂ ਦੇ ਵਿੱਚੋਂ ਅੱਧ ਤੋਂ ਅਧਿਕ ਜਿਹੜਾ ਬਹੁਮਤ ਹੋਣਾ ਜ਼ਰੂਰੀ ਹੈ ਜਿਹੜਾ ਸਟੇਟਾਂ ਦਾ। ਸੋ ਆਪਾਂ 3 ਤਰੀਕੇ ਉਹ 368 ਆਰਟੀਕਲ ਦੇ ਅੰਡਰ ਆਉਂਦੇ ਆ ਜਿਨ੍ਹਾਂ ਨੂੰ ਆਪਾਂ ਪੜਾਂਗੇ। ਜਾਂ ਸੋਧ ਕਰਨ ਲਈ ਜਿਹੜੀ ਪ੍ਰਕਿਰਿਆ ਕਿਹੜੇ ਹਾਊਸ ਸ਼ੁਰੂ ਕੀਤੀ ਜਾਂਦੀ ਆ, ਜਾਂ ਫਿਰ ਸੰਸ਼ੋਧਨ ਬਿੱਲ ਹਾਊਸ ਦੇ ਵਿੱਚ ਕੌਣ ਲਿਜਾ ਸਕਦਾ, ਮੰਤਰੀ ਲਿਜਾ ਸਕਦਾ ਜਾਂ ਫਿਰ ਇੱਕ ਆਮ ਮੈਂਬਰ ਲਿਜਾ ਸਕਦਾ। ਸੋ ਇਹ ਸੰਵਿਧਾਨ ਦੇ ਭਾਗ ਆਪਾਂ 20 ਦੇ ਵਿੱਚ ਐਕਸਪਲੇਨ ਇਸ ਨੂੰ ਕਰਾਂਗੇ। ਉਸ ਤੋਂ ਅੱਗੇ ਸਾਡੇ ਕੋਲੇ ਆ ਗਿਆ ਨੈਕਸਟ ਜਿਹੜਾ 21 ਜਿਹੜਾ ਸਾਡੇ ਕੋਲੇ ਪਾਰਟ ਆ। ਇਹ ਜਿਹੜਾ ਸਪੈਸ਼ਲ ਸਟੇਟ ਨੇ ਜਿਹੜੇ ਸਾਡੇ ਸਪੈਸ਼ਲ ਸਟੇਟਸ ਨੇ ਜਿਹਨਾਂ ਦਰਜਾ ਮਿਲਿਆ ਹੋਇਆ, ਇਹ ਹੈਗਾ 369 ਤੋਂ ਲੈ ਕੇ 369 ਤੋਂ ਲੈ ਕੇ 392 ਤੱਕ ਆਪਾਂ ਇਹਦੇ ਵਿੱਚ ਪੜਾਂਗੇ। ਠੀਕ ਹੈ। ਸੋ ਕਾਫੀ ਜ਼ਿਆਦਾ ਕੁਐਸਚਨ ਇਹਦੇ ਵਿੱਚ ਵੀ ਪੁੱਟ ਕੀਤੇ ਜਾਂਦੇ ਆ ਤੇ ਬਹੁਤ ਵਾਰੀ ਤੁਹਾਨੂੰ ਕੁਐਸਚਨ ਦੇਖਣ ਨੂੰ ਮਿਲਦਾ ਵੀ ਕਿਹੜੇ ਆਰਟੀਕਲ ਦੇ ਵਿੱਚ ਕਿਹੜੇ ਸਟੇਟ ਦੀ ਗੱਲ ਕੀਤੀ ਜਾਂਦੀ ਆ। ਸੋ ਉਹਦੇ ਬਾਰੇ ਆਪਾਂ ਗੱਲ ਕਰਾਂਗੇ। ਉਸ ਤੋਂ ਬਾਅਦ ਲਾਸਟ ਜਿਹੜਾ ਸਾਡਾ ਹਿੰਦੀ ਭਾਸ਼ਾ ਨਾਲ ਸੰਬੰਧ ਸੰਵਿਧਾਨ ਦਾ ਭਾਗ ਆ। ਠੀਕ ਹੈ। ਸੋ ਉਹ ਹੈਗਾ 393 ਤੋਂ ਲੈ ਕੇ 395 ਤੱਕ ਸੀ। ਠੀਕ ਹੈ। ਸੋ ਇੱਥੇ ਜਿਹੜੇ ਆਰਟੀਕਲ ਕੰਪਲੀਟ ਹੋ ਗਏ ਤੁਸੀਂ ਦੇਖ ਸਕਦੇ ਹੋ। ਤੇ ਇੱਥੇ ਆਪਣੇ ਜਿਹੜੇ 22 ਭਾਗ ਨੇ ਉਹ ਕੰਪਲੀਟ ਹੋ ਗਏ ਕਿਉਂਕਿ ਇਸ ਤੋਂ ਬਾਅਦ ਹੁਣ ਆਪਣੇ ਕੋਲ 23ਵਾਂ ਭਾਗ ਨਹੀਂ ਆਇਆ ਕਿਉਂਕਿ ਆਪਾਂ ਪੜ੍ਹ ਚੁੱਕੇ ਹਾਂ ਉਹ ਜਿਹੜੇ ਐਡ ਕੀਤੇ ਨੇ 9A ਹੋ ਗਿਆ, 9B ਹੋ ਗਿਆ, 4A ਹੋ ਗਿਆ ਤੇ 14A ਹੋ ਗਏ। ਸੋ ਉਸ ਤਰੀਕੇ ਨਾਲ ਵਧੇ ਹੋਇਆ ਤੇ ਇੱਕ ਭਾਗ ਡਿਲੀਟ ਹੋ ਗਿਆ 7ਵਾਂ। ਇਸ ਕਰਕੇ ਸਾਡੇ ਕੋਲ ਕਿੰਨੇ ਭਾਗ ਰਹਿ ਗਏ ਸੀਗੇ? ਪਿਛੇ 25 ਭਾਗ ਰਹਿ ਗਏ। ਬਟ ਜੇ ਤੁਹਾਨੂੰ ਨੁਮੈਰੀਕਲ ਜਿਹੜੀ ਗਿਣਤੀ ਪੁੱਟ ਕੀਤੀ ਜਾਂਦੀ ਆ ਉਹ ਤੁਸੀਂ ਕਿੰਨੀ ਲਾਉਣੀ ਹੈ ਜੀ? 22। ਸੋ ਇਹ ਜਿਹੜੇ ਸਾਡੇ ਸੰਵਿਧਾਨ ਦੇ ਜਿਹੜੇ ਇਸੇ ਤਰ੍ਹਾਂ ਆਰਟੀਕਲ ਜਿਹੜੇ ਨੇ ਆਪਾਂ ਗੱਲ ਕਰਦੇ ਹਾਂ ਕਿ 396 ਇਸ ਤੋਂ ਬਾਅਦ ਹੁਣ ਆਰਟੀਕਲ ਆਪਾਂ ਨੂੰ ਦੇਖਣ ਲਈ ਸੰਵਿਧਾਨ ਦੇ ਵਿੱਚ ਨਹੀਂ ਮਿਲੇਗਾ। ਸੋ ਉਹਨਾਂ ਦੀ ਵੀ ਗਿਣਤੀ ਜਿਸ ਤਰ੍ਹਾਂ ਆਪਾਂ ਪੰਚਾਇਤੀ ਰਾਜ ਦੀ ਗੱਲ ਕਰਕੇ ਹਟੇ ਹਾਂ ਕਿਸ ਤਰੀਕੇ ਨਾਲ ਵਧੀ ਹੋਈ ਆ ਜਾਂ ਸੰਵਿਧਾਨ ਦੇ ਵਿੱਚ 21 ਐਡ ਹੋ ਗਿਆ। ਸੋ ਇਸੇ ਤਰੀਕੇ ਨਾਲ ਇਹਨਾਂ ਦੀ ਗਿਣਤੀ ਵੱਧ ਕੇ ਜਿਹੜੀ 348 ਤੋਂ ਪਲੱਸ 448 ਤੋਂ ਪਲੱਸ ਹੋ ਚੁੱਕੀ ਹੈ। 448 ਤੋਂ ਵੀ ਪਲੱਸ ਹੋ ਚੁੱਕੇ ਨੇ। ਬਟ ਉਹ ਤੁਸੀਂ ਨਹੀਂ ਯਾਦ ਰੱਖਣੇ ਹੁੰਦੇ ਕਿ ਪ੍ਰੈਜ਼ੈਂਟ ਸਾਡੇ ਕੋਲ ਕਿੰਨੇ ਜਿਹੜੇ ਆਰਟੀਕਲ ਨੇ। ਸੋ ਇਹ ਸੀ ਆਪਣੀ ਜਿਹੜੀ ਇੱਕ ਨਿਗਾਹ ਸੰਵਿਧਾਨ ਦੇ ਪਾਰਟਸ ਦੇ ਉੱਪਰ ਕਿ ਸੰਵਿਧਾਨ ਦੇ ਵਿੱਚ ਪ੍ਰੈਜ਼ੈਂਟ ਸਮੇਂ ਦੇ ਵਿੱਚ ਕਿੰਨੇ ਭਾਗ ਨੇ। ਸੋ ਇਹਨਾਂ ਨੂੰ ਅਸੀਂ ਕਿਸ ਤਰੀਕੇ ਨਾਲ ਯਾਦ ਰੱਖਣਾ, ਇਹਦੇ ਆਪਾਂ ਕੱਲੀ ਇੱਕ ਟ੍ਰਿਕ ਲੈ ਕੇ ਆਵਾਂਗੇ। ਪਹਿਲੇ ਭਾਗ ਦੇ ਵਿੱਚ ਕੀ ਆਉਂਦਾ, ਦੂਜੇ ਭਾਗ ਦੇ ਵਿੱਚ ਕੀ ਆਉਂਦਾ ਤੇ ਉਹਦੇ ਬਾਰੇ ਆਪਾਂ ਟ੍ਰਿਕਸ ਕਰਾਂਗੇ। ਤੇ ਨਾਲ ਹੀ ਆਪਾਂ ਜਿਹੜੇ ਆਰਟੀਕਲ ਯਾਦ ਰੱਖਣੇ ਆ ਕਿਉਂਕਿ ਹਰ ਇੱਕ ਪੇਪਰ ਦੇ ਵਿੱਚ 5 ਤੋਂ ਲੈ ਕੇ 7 ਆਰਟੀਕਲ ਪੁੱਟ ਕੀਤੇ ਜਾਂਦੇ ਆ। ਸੋ ਉਹਨਾਂ ਨੂੰ ਆਪਾਂ ਤਰੀਕੇ ਨਾਲ ਸੋਲਵ ਕਰਾਂਗੇ। ਜੇਕਰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ। ਸੋ ਆਪਣੀ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਆਪਣੀ ਐਪ ਆ ਜਿਹੜੀ ਉਹ ਡਾਊਨਲੋਡ ਕਰਕੇ ਠੀਕ ਆ ਮਾਸਟਰ ਕੈਡਰ ਦੀ ਤਿਆਰੀ ਲਈ ਅੱਜ ਤੋਂ ਹੀ ਆਪਣੀ ਤਿਆਰੀ ਸਟਾਰਟ ਕਰੋ। ਸੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਥੈਂਕ ਯੂ ਵੈਰੀ ਮਚ।